ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਅਸੀਂ ਸਰਵਣ ਕਰ ਰਹੇ ਹਾਂ। ਅੱਜ ਦੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਵਾਏ। ਉਹ ਰਾਜੇ ਆਜ਼ਾਦ ਹੋ ਗਏ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਸਿਰ ਰੱਖਿਆ। ਸੰਸਾਰੀ ਬੰਦਿਆਂ ਵਾਸਤੇ ਇੱਕ ਦਿਨ ਦੀ ਦੀਵਾਲੀ ਹੁੰਦੀ ਹੈ, ਪਰ ਸੰਤਾਂ ਮਹਾਂਪੁਰਖਾਂ ਵਾਸਤੇ ਰੋਜ਼ ਦੀਵਾਲੀ ਹੈ। ਸੰਸਾਰੀ ਇੱਕ ਦਿਨ ਦੀਵਾ ਬਾਲਦਾ ਹੈ ਤੇ ਦੀਵਾਲੀ ਮਨਾਉਂਦਾ ਹੈ, ਪਰ ਰੱਬ ਦੇ ਪਿਆਰੇ ਸੰਤ ਮਹਾਂਪੁਰਖ ਉਹਨਾਂ ਦੀ ਰੋਜ਼ ਹੀ ਦੀਵਾਲੀ ਹੁੰਦੀ ਹੈ। ਪਰ ਗੁਰਬਾਣੀ ਦੇ ਵਿੱਚ ਅਸਲੀ ਦੀਵਾ ਗੁਰੂ ਸਾਹਿਬ ਦਾ ਨਾਮ ਜਪਣਾ, ਰੱਬ ਦੇ ਪਿਆਰਿਆਂ ਦੇ ਅੰਦਰ ਰੱਬ ਦੇ ਨਾਮ ਦਾ ਜੀਵਾ ਜਗਦਾ ਹੁੰਦਾ ਹੈ। ਇਸ ਲਈ ਉਹਨਾਂ ਦੀ ਸਦਾ ਹੀ ਦੀਵਾਲੀ ਹੁੰਦੀ ਹੈ। ਦੀਵਾਲੀ ਨੂੰ ਦੀਵਾ ਜਲਣ ਤੇ ਇੱਕ ਵਾਰੀ ਚਾਨਣ ਹੁੰਦਾ ਹੈ, ਪਰ ਰੱਬ ਦੇ ਪਿਆਰਿਆਂ ਵਿੱਚ ਸਦਾ ਹੀ ਚਾਨਣ ਰਹਿੰਦਾ ਹੈ। ਗੁਰੂ ਦੀ ਬਾਣੀ ਚਾਨਣ ਹੈ, ਪਰਮੇਸ਼ਵਰ ਦਾ ਨਾਮ ਵਾਹਿਗੁਰੂ ਜੀ ਦਾ ਨਾਮ ਚਾਨਣ ਹੈ। ਸਾਧੂ ਦੀ ਦੀਵਾਲੀ ਅੱਠੇ ਪੈਰ ਹੈ, ਕਿਉਂਕਿ ਉਹਦੇ ਅੰਦਰ ਪਰਮੇਸ਼ਵਰ ਦਾ ਦੀਵਾ ਸਦਾ ਹੀ ਜਗ ਰਿਹਾ ਹੈ। ਆਪਣੇ ਅੰਦਰ ਵੀ ਹਰ ਰੋਜ਼ ਪਰਮੇਸ਼ਵਰ ਦੇ ਨਾਮ ਦਾ ਦੀਵਾ ਬਾਲੋ। ਨਾਮ ਤੇਰੋ ਧਾਗਾ, ਨਾਮ ਫੁੱਲ ਮਾਲਾ, ਨਾਮ ਤੇਰੋ ਦੀਵਾ। ਹੇ ਵਾਹਿਗੁਰੂ, ਹੇ ਪਰਮੇਸ਼ਵਰ, ਤੇਰਾ ਨਾਮ ਹੀ ਸਾਡੇ ਵਾਸਤੇ ਦੀਵਾ ਹੈ। ਸੰਸਾਰਿਕ ਤੌਰ ਤੇ ਸਾਨੂੰ ਕਿੱਥੇ ਦੀਵੇ ਬਾਲਣੇ ਚਾਹੀਦੇ ਹੈ ਤੇ ਕਿੱਥੇ ਨਹੀਂ ਬਾਲਣੇ ਚਾਹੀਦੇ, ਇਸ ਗੱਲ ਦਾ ਬਹੁਤੇ ਲੋਕਾਂ ਨੂੰ ਨਹੀਂ ਪਤਾ। ਇਸ ਗੱਲ ਦੀ ਵੀ ਅਸੀਂ ਵਿਚਾਰ ਕਰਾਂਗੇ ਤੇ ਇਹ ਸਮਝਾਂਗੇ ਕਿੱਥੇ ਕਿੱਥੇ ਸਾਨੂੰ ਦੀਵੇ ਬਾਲਣੇ ਚਾਹੀਦੇ ਹੈ ਤੇ ਕਿੱਥੇ ਨਹੀਂ। ਇਹ ਵੀ ਸਮਝਾਂਗੇ ਕਿ ਗੁਰੂ ਪਾਤਸ਼ਾਹ ਜੀ ਦੇ ਕੀ ਸਖਤ ਵਚਨ ਨੇ, ਸਾਨੂੰ ਕਿੱਥੇ ਦੀਵੇ ਨਹੀਂ ਬਾਲਣੇ ਚਾਹੀਦੇ। ਤੇ ਜੇ ਅਸੀਂ ਉੱਥੇ ਦੀਵੇ ਬਾਲਾਂਗੇ ਜਿੱਥੇ ਗੁਰੂ ਸਾਹਿਬ ਨੇ ਮਨਾ ਕੀਤਾ ਹੈ, ਤਾਂ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਨਹੀਂ ਲੈ ਸਕਦੇ। ਬੰਦੀ ਛੋੜ ਦਿਵਸ ਹੈ। ਅਸੀਂ ਆਪਣੇ ਬੰਧਨਾਂ ਤੋਂ ਆਜ਼ਾਦ ਕਿਵੇਂ ਹੋਈਏ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਬੰਧਨਾਂ ਤੋਂ ਮੁਕਤ ਕੀਤਾ। ਅਸੀਂ ਬੰਧਨਾਂ ਤੋਂ ਕਿਵੇਂ ਆਜ਼ਾਦ ਹੋਵਾਂਗੇ? ਪਹਿਲੇ ਸਮੇਂ ਵਿੱਚ ਤੋਤਿਆਂ ਨੂੰ ਗੱਲ ਕਰਨੀ ਸਿਖਾਈ ਜਾਂਦੀ ਸੀ। ਤੋਤੇ ਨੇ ਸੁਣਿਆ ਉਹਦੀ ਮਾਲਕਣ ਤੇ ਮਾਲਕ ਇਹ ਗੱਲ ਕਰ ਰਹੇ ਸਨ ਕਿ ਨਗਰ ਵਿੱਚ ਇੱਕ ਸਾਧੂ ਆਇਆ। ਉਹ ਉਹਦੇ ਦਰਸ਼ਨ ਕਰਨ ਚੱਲੇ। ਤੋਤੇ ਨੇ ਉਹਨਾਂ ਨੂੰ ਰੋਕਿਆ ਤੇ ਕਿਹਾ, ਸਾਧੂ ਦੇ ਦਰਸ਼ਨ ਕਰਨ ਚੱਲੇ ਹੋ, ਮੇਰੇ ਬਾਰੇ ਜ਼ਰੂਰ ਪੁੱਛਣਾ, ਮੈਂ ਬੰਧਨਾਂ ਤੋਂ ਕਦੋਂ ਆਜ਼ਾਦ ਹੋਵਾਂਗਾ। ਅਸੀਂ ਆਪਣੀ ਵੀ ਅਰਦਾਸ ਕਰੀਏ, ਹੇ ਗੁਰੂ ਸੱਚੇ ਪਾਤਸ਼ਾਹ, ਅਸੀਂ ਆਪਣੇ ਬੰਧਨਾਂ ਤੋਂ ਕਿਵੇਂ ਆਜ਼ਾਦ ਹੋਵਾਂਗੇ? ਮਾਲਕ ਤੇ ਮਾਲਕਣ ਸਾਧੂ ਵੱਲ ਚੱਲ ਪਏ। ਉਹ ਕਹਿਣ ਲੱਗੇ, ਅਸੀਂ ਤੇਰਾ ਪ੍ਰਸ਼ਨ ਵੀ ਪੁੱਛ ਲਵਾਂਗੇ। ਅਸੀਂ ਪੁੱਛ ਲਵਾਂਗੇ ਕਿ ਸਾਡਾ ਤੋਤਾ ਪੁੱਛਦਾ ਹੈ ਕਿ ਮੈਂ ਬੰਧਨਾਂ ਤੋਂ ਆਜ਼ਾਦ ਕਿਵੇਂ ਹੋਵਾਂਗਾ। ਉਹਨਾਂ ਨੇ ਆਪਣੇ ਤੋਤੇ ਨੂੰ ਪਿੰਜਰੇ ਵਿੱਚ ਰੱਖਿਆ ਹੋਇਆ ਸੀ। ਦੋਵੇਂ ਜੀ ਸਾਧੂ ਵੱਲ ਤੁਰ ਪਏ। ਜਦੋਂ ਉਹ ਸਾਧੂ ਕੋਲ ਪਹੁੰਚੇ, ਉਹਨਾਂ ਨੇ ਸਾਧੂ ਨੂੰ ਨਮਸਕਾਰ ਕੀਤੀ ਤੇ ਆਪਣੇ ਸਾਰੇ ਸ਼ੰਕੇ ਦੂਰ ਕੀਤੇ। ਸਾਧੂ ਕਹਿਣ ਲੱਗਿਆ, ਕੋਈ ਹੋਰ ਸੰਦੇਸ਼ਾ ਤਾਂ ਨਹੀਂ? ਉਹ ਦੋਵੇਂ ਕਹਿਣ ਲੱਗੇ, ਸਾਡੇ ਤੋਤੇ ਨੇ ਪੁੱਛਿਆ ਕਿ ਉਹ ਬੰਧਨਾਂ ਤੋਂ ਕਿਵੇਂ ਆਜ਼ਾਦ ਹੋਏਗਾ। ਇਹ ਸੁਣ ਕੇ ਸਾਧੂ ਨੇ ਆਪਣੇ ਪ੍ਰਾਣ ਚੜਾ ਲਏ ਤੇ ਉਹ ਨੀਚੇ ਡਿੱਗ ਗਿਆ। ਉਹ ਦੋਵਾਂ ਨੇ ਦੇਖਿਆ ਸਾਧੂ ਤਾਂ ਮਰ ਗਿਆ, ਕਿਤੇ ਸਾਧੂ ਦੀ ਹੱਤਿਆ ਦਾ ਦੋਸ਼ ਸਾਡੇ ਤੇ ਨਾ ਆ ਜਾਏ। ਉਹ ਜਲਦੀ ਉੱਥੋਂ ਖਿਸਕ ਗਏ। ਜਦੋਂ ਉਹ ਘਰ ਪਹੁੰਚੇ ਤਾਂ ਉਹ ਤੋਤਾ ਪੁੱਛਣ ਲੱਗਿਆ, ਸਾਧੂ ਦੇ ਦਰਸ਼ਨ ਕਰਨ ਗਏ ਸੀ, ਤੁਸੀਂ ਮੇਰੇ ਬਾਰੇ ਕੀ ਪੁੱਛਿਆ? ਉਸ ਸਾਧੂ ਨੇ ਮੇਰੇ ਬਾਰੇ ਕੀ ਆਖਿਆ? ਉਹ ਕਹਿਣ ਲੱਗੇ, ਕੁਝ ਨਾ ਪੁੱਛ। ਜਦੋਂ ਅਸੀਂ ਸਾਧੂ ਮਹਾਤਮਾ ਤੋਂ ਤੇਰੇ ਬਾਰੇ ਪੁੱਛਿਆ ਕਿ ਸਾਡਾ ਤੋਤਾ ਬੰਧਨਾਂ ਤੋਂ ਕਿਵੇਂ ਛੁੱਟੇਗਾ, ਤੇਰਾ ਪ੍ਰਸ਼ਨ ਸੁਣਦਿਆਂ ਸਾਧੂ ਮਰ ਗਿਆ। ਪਰ ਸਾਧੂ ਨੇ ਆਪਣੇ ਸਵਾਸ ਉੱਪਰ ਚੜਾਏ ਸਨ ਤਾਂ ਉਸੇ ਵਕਤ ਤੋਤਾ ਵੀ ਮਰ ਗਿਆ। ਉਹ ਸੋਚਣ ਲੱਗੇ, ਪਤਾ ਨਹੀਂ ਕੀ ਗੱਲ ਹੋ ਗਈ। ਉਹਨਾਂ ਨੇ ਤੋਤੇ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਤੇ ਬਾਹਰ ਰੱਖਤਾ। ਤੋਤੇ ਨੇ ਉਡਾਰੀ ਮਾਰੀ ਤੇ ਉੜ ਗਿਆ। ਤੋਤਾ ਕਹਿਣ ਲੱਗਿਆ, ਤੁਸੀਂ ਸਾਧੂ ਦੀ ਗੱਲ ਨਹੀਂ ਸਮਝੀ, ਮੈਂ ਸਮਝ ਗਿਆ। ਸਾਧੂ ਨੇ ਸਿੱਖਿਆ ਦਿੱਤੀ ਸੀ, ਜੇ ਪਿੰਜਰੇ ਵਿੱਚੋਂ ਛੁੱਟਣਾ ਚਾਹੁੰਦਾ ਹੈ, ਬੰਧਨਾਂ ਤੋਂ ਛੁੱਟਣਾ ਚਾਹੁੰਦਾ ਹੈ, ਤਾਂ ਢਹਿ ਪੈ। ਮੈਂ ਢਹਿ ਪਿਆ, ਤੁਸੀਂ ਸੋਚਿਆ ਮਰ ਗਿਆ ਤੇ ਤੁਸੀਂ ਮੈਨੂੰ ਬਾਹਰ ਕੱਢ ਕੇ ਰੱਖ ਦਿੱਤਾ ਤੇ ਮੈਂ ਹੁਣ ਆਜ਼ਾਦ ਹੋ ਗਿਆ। ਇਸਰੀ ਸੰਗਤ ਜੀ, ਬੰਦੇ ਨੂੰ ਬੜੇ ਬੰਧਨ ਪਏ ਹੈ। ਜ਼ਿੰਦਗੀ ਦੇ ਜਿੰਨੇ ਔਗਣ ਨੇ ਉਹ ਸਾਰੇ ਬੰਧਨ ਹੀ ਨੇ। ਉਹਨਾਂ ਬੰਧਨਾਂ ਤੋਂ ਅਸੀਂ ਕਿਵੇਂ ਆਜ਼ਾਦ ਹੋਵਾਂਗੇ? ਜੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਢਹਿ ਪਵਾਂਗੇ ਤਾਂ ਅਸੀਂ ਉਹਨਾਂ ਬੰਧਨਾਂ ਤੋਂ ਛੁੱਟ ਸਕਦੇ ਹਾਂ। ਉਹ ਰਾਜੇ ਆਜ਼ਾਦ ਹੋ ਗਏ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਸਿਰ ਰੱਖਤਾ, ਜਿਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਸੀ। ਗੁਰੂ ਸਾਹਿਬ ਨੇ ਉਹਨਾਂ ਨੂੰ ਬੰਧਨਾਂ ਤੋਂ ਮੁਕਤ ਕਰ ਦਿੱਤਾ। ਹੁਣ ਕਥਾ ਸਰਵਣ ਕਰੀਏ ਜੀ। ਜੇ ਅੱਜ ਦੇ ਦਿਨ ਦਾ ਇਤਿਹਾਸ ਹੀ ਨਹੀਂ ਸੁਣਿਆ
ਤਾਂ ਅਸੀਂ ਕਾਹਦੀ ਦੀਵਾਲੀ ਬਣਾਈ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ। ਗਵਾਲੀਅਰ ਦੇ ਕਿਲੇ ਦਾ ਦਰੋਗਾ ਹਰਦਾਸ ਸੀ। ਇਹਦਾ ਬੜਾ ਚਾਅ ਸੀ ਮੈਂ ਆਪਣੇ ਸਤਿਗੁਰੂ ਦੇ ਦਰਸ਼ਨ ਕਰਾਂ, ਪਰ ਜਹਾਂਗੀਰ ਵੱਲੋਂ ਇਹਨੂੰ ਛੁੱਟੀ ਨਹੀਂ ਸੀ ਮਿਲਦੀ। ਜਦੋਂ ਗੁਰੂ ਸਾਹਿਬ ਕਿਲੇ ਵਿੱਚ ਪਹੁੰਚੇ, ਕੈਦੀ ਖੁਸ਼ ਸਨ ਤੇ ਹਰਦਾਸ ਵੀ ਬੜਾ ਖੁਸ਼ ਹੋਇਆ। ਉਹ ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਇੱਥੇ ਆ ਕੇ ਦਰਸ਼ਨ ਦੇ ਦਿੱਤੇ। ਜਿਸ ਦਿਨ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚ ਆਪਣੇ ਚਰਨ ਪਾਏ, ਉਸ ਦਿਨ ਉਹ ਧਰਤੀ ਭਾਗਾਂ ਵਾਲੀ ਹੋ ਗਈ। 52 ਰਾਜੇ ਜੇਲ੍ਹ ਦੇ ਵਿੱਚ ਮੌਤ ਤੋਂ ਜ਼ਿਆਦਾ ਗੰਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਇਹਨਾਂ ਨੇ ਆਪਣੇ ਸਿਰ ਕਦੀ ਧੋਤੇ ਨਹੀਂ ਸਨ। ਇਹਨਾਂ ਦੇ ਸਿਰਾਂ ਵਿੱਚ ਕੀੜੇ ਪਏ ਹੋਏ ਸਨ। ਸੰਗਲਾਂ ਦੇ ਨਾਲ ਉਹਨਾਂ ਦੇ ਹੱਥ ਪੈਰ ਬੰਨੇ ਹੋਏ ਸਨ। ਜਹਾਂਗੀਰ ਨੇ ਬੜੀ ਮੁਸ਼ਕਲ ਨਾਲ ਇਹ ਸਾਰੇ ਰਾਜੇ ਪਕੜੇ ਸਨ। ਉਹਨਾਂ ਨੂੰ ਚੰਗੀ ਰੋਟੀ ਨਹੀਂ ਸੀ ਦਿੱਤੀ ਜਾਂਦੀ। ਜਹਾਂਗੀਰ ਜਿਹੜਾ ਪ੍ਰਸ਼ਾਦਾ ਗੁਰੂ ਸਾਹਿਬ ਨੂੰ ਭੇਜਦਾ ਸੀ, ਗੁਰੂ ਸਾਹਿਬ ਉਹ ਪ੍ਰਸ਼ਾਦਾ ਰਾਜਿਆਂ ਨੂੰ ਖਿਲਾ ਦਿੰਦੇ। ਗੁਰੂ ਸਾਹਿਬ ਜਹਾਂਗੀਰ ਦਾ ਲੰਗਰ ਨਹੀਂ ਸੀ ਛਕਦੇ। ਨੇੜੇ ਹੀ ਠਠਿਆਰਿਆਂ ਦੀ ਬਸਤੀ ਸੀ। ਭਾਈ ਜੇਠਾ ਜੀ ਗੁਰੂ ਸਾਹਿਬ ਦੇ ਸਿੱਖ ਸਨ। ਉਹ ਜਿਹੜੇ ਪੈਸੇ ਕਮਾਉਂਦਾ ਉਹਦਾ ਪ੍ਰਸ਼ਾਦਾ ਤਿਆਰ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਵਾਉਂਦਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕਈ ਦਿਨ ਹੋ ਗਏ। ਇੱਧਰ ਸੰਗਤਾਂ ਬਾਬਾ ਬੁੱਢਾ ਜੀ ਨੂੰ ਪੁੱਛਣ ਲੱਗੀਆਂ, ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਗਏ ਤੇ ਵਾਪਸ ਨਹੀਂ ਆ ਰਹੇ। ਬਾਬਾ ਬੁੱਢਾ ਸਾਹਿਬ ਨੇ ਗਵਾਲੀਅਰ ਦੇ ਕਿਲੇ ਵੱਲ ਚੌਂਕੀ ਤੋਰੀ। ਸੰਗਤਾਂ ਕੀਰਤਨ ਕਰਦੇ ਕਰਦੇ ਗਵਾਲੀਅਰ ਪਹੁੰਚੀਆਂ। ਗਵਾਲੀਅਰ ਪਹੁੰਚ ਕੇ ਬਾਬਾ ਬੁੱਢਾ ਜੀ ਕੰਧਾਂ ਨੂੰ ਚੁੰਮਣ ਲੱਗੇ। ਸੰਗਤਾਂ ਕਹਿਣ ਲੱਗੀਆਂ, ਕੰਧ ਨੂੰ ਕਿਉਂ ਚੁੰਮ ਰਹੇ ਹੋ? ਤਾਂ ਬਾਬਾ ਬੁੱਢਾ ਜੀ ਕਹਿੰਦੇ, ਅੰਦਰ ਮੇਰਾ ਸਤਿਗੁਰੂ ਬੈਠਾ ਹੈ, ਬਸ ਇਹ ਕੰਧਾਂ ਦਾ ਹੀ ਪਰਦਾ ਹੈ। ਉਹਨਾਂ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਬੜਾ ਪ੍ਰੇਮ ਸੀ। ਬਾਬਾ ਬੁੱਢਾ ਜੀ ਕਿਲੇ ਦੀ ਦਹਲੀਜ਼ ਤੇ ਪਹੁੰਚ ਗਏ। ਬਾਬਾ ਬੁੱਢਾ ਜੀ ਨੇ ਕਿਲੇ ਦੀ ਦਹਲੀਜ਼ ਨੂੰ ਆਪਣੇ ਦਾੜੇ ਨਾਲ ਸਾਫ਼ ਕੀਤਾ। ਦਹਲੀਜ਼ ਤੇ ਮੱਥਾ ਟੇਕਿਆ। ਹਰਦਾਸ ਕਹਿਣ ਲੱਗਿਆ, ਮਹਾਰਾਜ ਇਹ ਹੈ ਤਾਂ ਕਿਲਾ ਹੀ, ਇਸ ਨੂੰ ਸਾਫ਼ ਕਿਉਂ ਕਰਦੇ ਹੋ? ਇੱਥੇ ਮੱਥਾ ਕਿਉਂ ਟੇਕਦੇ ਹੋ? ਬਾਬਾ ਬੁੱਢਾ ਜੀ ਕਹਿਣ ਲੱਗੇ, ਜਿਨ੍ਹਾਂ ਰਾਹਾਂ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਦੀ ਚੱਲ ਕੇ ਗਏ ਨੇ, ਮੈਂ ਉਹਨਾਂ ਨੂੰ ਮੱਥਾ ਟੇਕ ਰਿਹਾ। ਬਾਬਾ ਬੁੱਢਾ ਜੀ ਅੰਦਰ ਚਲੇ ਗਏ। ਉਹਨਾਂ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮੇਲ ਹੋਇਆ। ਉਹ ਕਹਿਣ ਲੱਗੇ, ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਬੈਠੇ ਹੋ, ਸੰਗਤ ਨੂੰ ਤੁਹਾਡੇ ਦਰਸ਼ਨ ਨਹੀਂ ਹੋਏ। ਗੁਰੂ ਸਾਹਿਬ ਕਹਿਣ ਲੱਗੇ, ਦਰਬਾਰ ਸਾਹਿਬ ਰਹਿਰਾਸ ਤੋਂ ਬਾਅਦ ਚੌਂਕੀ ਸਾਹਿਬ ਕੱਢਿਆ ਕਰੋ। ਉਸ ਚੌਂਕੀ ਦੀ ਸੰਪੂਰਨਤਾ ਤੇ ਅਰਦਾਸ ਕਰਿਆ ਕਰੋ। ਜਿਹੜੇ ਸਿੱਖ ਉਸ ਚੌਂਕੀ ਵਿੱਚ ਸ਼ਾਮਲ ਹੋਣਗੇ, ਉਹਨਾਂ ਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਅੱਜ ਵੀ ਦਰਬਾਰ ਸਾਹਿਬ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਕੱਢੀ ਜਾਂਦੀ ਹੈ। ਅੱਗੇ ਅੱਗੇ ਸ਼੍ਰੀ ਸਾਹਿਬ ਚੁੱਕ ਕੇ ਇੱਕ ਸਿੱਖ ਹੁੰਦਾ ਹੈ। ਉਹ ਸ਼੍ਰੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਹੈ। ਜਦੋਂ ਉਹ ਚੌਂਕੀ ਦਰਬਾਰ ਸਾਹਿਬ ਦੇ ਅੰਦਰ ਪਹੁੰਚਦੀ ਹੈ ਤਾਂ ਕੁਝ ਸਮੇਂ ਵਾਸਤੇ ਕੀਰਤਨ ਰੋਕਿਆ ਜਾਂਦਾ ਹੈ। ਚੌਂਕੀ ਕੱਢਣ ਵਾਲੇ ਬਾਹਰ ਗੁਰੂ ਸਾਹਿਬ ਦੀ ਅਰਦਾਸ ਕਰਦੇ ਨੇ। ਕਾਫੀ ਦਿਨ ਬੀਤ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਵਾਪਸ ਨਹੀਂ ਆਏ। ਰਾਜੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਸਾਨੂੰ ਇੱਥੋਂ ਬਾਹਰ ਨਿਕਲਣ ਦੀ ਕੋਈ ਆਸ ਨਹੀਂ, ਪਰ ਜਦੋਂ ਤੋਂ ਤੁਸੀਂ ਇੱਥੇ ਆਏ ਹੋ ਸਾਨੂੰ ਆਸ ਬਣ ਗਈ ਹੈ, ਅਸੀਂ ਜਿੰਦੇ ਬਾਹਰ ਜਾ ਸਕਦੇ ਹਾਂ। ਰਾਜੇ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡੇ ਹਾਂ। ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਬਚਨ ਕਿਹਾ, ਇਹ ਗੁਰੂ ਘਰ ਹੈ, ਜਿਹੜਾ ਪਿਆਰ ਨਾਲ ਇੱਕ ਵਾਰੀ ਇਹ ਕਹਿ ਦੇ ਮੈਂ ਤੇਰਾ। ਉਹ ਕਹਿਣ ਲੱਗੇ, ਆਮ ਦੁੱਖ ਦੀ ਤਾਂ ਗੱਲ ਛੱਡ ਦਿਓ, ਅਸੀਂ ਜੰਮ ਵੀ ਉਹਦੇ ਨੇੜੇ ਨਹੀਂ ਜਾਣ ਦਿਆਂਗੇ। ਅਸੀਂ ਵੀ ਗੁਰੂ ਸਾਹਿਬ ਨੂੰ ਕਹੀਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਸੀਂ ਤੁਹਾਡੇ ਹਾਂ, ਸਾਡੇ ਬੰਧਨ ਕੱਟ ਦਿਓ। ਗੁਰੂ ਸਾਹਿਬ ਨੇ ਰਾਜਿਆਂ ਨੂੰ ਧਰਵਾਸਾ ਦਿੱਤਾ, ਅਸੀਂ ਹੁਣ ਜਦੋਂ ਬਾਹਰ ਜਾਵਾਂਗੇ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੇ। ਸੁਪਨੇ ਵਿੱਚ ਗੁਰੂ ਸਾਹਿਬ ਦੇ ਸਿੱਖ ਸ਼ੇਰ ਬਣ ਕੇ ਰਾਜੇ ਦੀ ਛਾਤੀ ਤੇ ਨੱਚਦੇ ਰਹੇ। ਜਹਾਂਗੀਰ ਬੜਾ ਡਰ ਗਿਆ। ਉਹ ਕਹਿਣ ਲੱਗਿਆ, ਗੁਰੂ ਜੀ ਨੂੰ ਆਖੋ ਕਿ ਛੇਤੀ ਛੇਤੀ ਕਿਲੇ ਵਿੱਚੋਂ ਬਾਹਰ ਆ ਜਾਣ। ਗੁਰੂ ਸਾਹਿਬ ਕਹਿਣ ਲੱਗੇ, ਅਸੀਂ ਕਿਲੇ ਵਿੱਚੋਂ ਤਾਂ ਬਾਹਰ ਆਵਾਂਗੇ ਜਿਹੜੇ 52 ਰਾਜੇ ਉਸਨੇ ਕੈਦ ਕੀਤੇ ਹੋਏ ਨੇ ਉਹਨਾਂ ਨੂੰ ਛੱਡ ਦੇ। ਉਹ ਹੁਣ ਫਸ ਗਿਆ ਸੀ, ਕਿਉਂਕਿ ਜੇ ਉਹ ਨਾ ਛੱਡਦਾ ਤਾਂ ਸੁਪਨੇ ਵਿੱਚ ਸਿੱਖ ਸ਼ੇਰ ਬਣ ਕੇ ਉਹਦੀ ਛਾਤੀ ਤੇ ਨੱਚਦੇ। ਉਸਨੇ ਇੱਕ ਵਿਉਂ ਸੋਚੀ। ਉਹ ਕਹਿਣ ਲੱਗਿਆ, ਗੁਰੂ ਸਾਹਿਬ ਦੇ ਚੋਲੇ ਦੀਆਂ ਕਲੀਆਂ ਜਿੰਨੇ ਰਾਜੇ ਪਕੜ ਲੈਣਗੇ ਉਹ ਮਹਿਲ ਵਿੱਚੋਂ ਬਾਹਰ ਜਾ ਸਕਦੇ ਨੇ। ਗੁਰੂ ਸਾਹਿਬ ਨੇ ਜਾਣ ਲਿਆ ਵੀ ਰਾਜਾ ਚਲਾਕੀ ਕਰ ਰਿਹਾ। ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਅਸੀਂ ਬਾਹਰ ਜਾਣਾ ਹੈ, ਉਹ ਜਿਹੜਾ ਸਾਡਾ ਵੱਡਾ ਚੋਲਾ ਹੈ ਉਹ ਲੈ ਕੇ ਆ। ਉਸ ਚੋਲੇ ਦੀਆਂ 50 ਕਲੀਆਂ ਸਨ।
ਬੜੀ ਸੋਹਣੀ ਦਸਤਾਰ ਗੁਰੂ ਸਾਹਿਬ ਨੇ ਆਪਣੇ ਸਿਰ ਤੇ ਸਜਾਈ। ਉਹਨਾਂ ਨੇ ਉੱਤੇ ਕਰਵੀ ਸਜਾਈ। ਗੁਰੂ ਸਾਹਿਬ ਨੇ ਕੱਲਾ ਕੱਲਾ ਲੜ ਲਾ ਕੇ ਸੋਹਣਾ ਦਸਤਾਰ ਸਜਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਿਹਰੇ ਤੇ ਬੜਾ ਨੂਰ ਸੀ। ਸੋਹਣੇ ਮੁੱਠ ਵਾਲਾ ਸ਼੍ਰੀ ਸਾਹਿਬ ਗੁਰੂ ਸਾਹਿਬ ਨੇ ਸਜਾ ਲਿਆ। ਗੁਰੂ ਸਾਹਿਬ ਨੇ ਆਪਣੇ ਹੱਥ ਵਿੱਚ ਧਨੁਸ਼ ਫੜ ਲਿਆ। ਤੀਰਾਂ ਦਾ ਪੱਠਾ ਪਿੱਠ ਤੇ ਲਾ ਲਿਆ। ਭਾਈ ਜੇਠਾ ਜੀ ਨੇ ਗੁਰੂ ਸਾਹਿਬ ਦੇ ਅੱਗੇ ਜੋੜਾ ਰੱਖ ਦਿੱਤਾ। ਗੁਰੂ ਸਾਹਿਬ ਨੇ ਆਪਣੇ ਚਰਨਾਂ ਵਿੱਚ ਜੋੜਾ ਪਾ ਲਿਆ। ਗੁਰੂ ਸਾਹਿਬ ਨੇ 50 ਕਲੀਆਂ ਵਾਲਾ ਚੋਲਾ ਪਾ ਲਿਆ। ਗੁਰੂ ਸਾਹਿਬ ਕਹਿਣ ਲੱਗੇ, ਇੱਕ ਇੱਕ ਰਾਜਾ ਇੱਕ ਇੱਕ ਕਲੀ ਪਕੜ ਲੈ, ਜਿਹੜਾ ਫੜ ਲੇਗਾ ਉਹ ਬਾਹਰ ਚਲਾ ਜਾਏਗਾ। ਸਾਰੇ ਰਾਜਿਆਂ ਨੇ ਮਹਾਰਾਜ ਦੀ ਇੱਕ ਇੱਕ ਕਲੀ ਫੜ ਲਈ। ਗੁਰੂ ਸਾਹਿਬ ਕਹਿਣ ਲੱਗੇ, ਕਲੀਆਂ ਹੌਲੀ ਹੌਲੀ ਫੜੋ, ਸਭ ਨੂੰ ਲੈ ਕੇ ਜਾਵਾਂਗੇ। 50 ਰਾਜਿਆਂ ਨੇ ਗੁਰੂ ਸਾਹਿਬ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਦੇ ਚੋਲੇ ਦੀਆਂ 50 ਕਲੀਆਂ ਸਨ ਤੇ 50 ਰਾਜਿਆਂ ਨੇ ਉਹ ਕਲੀਆਂ ਪਕੜ ਲਈਆਂ। 2 ਰਾਜੇ ਬਾਕੀ ਬਚ ਗਏ। ਜਿਹੜੇ 2 ਰਾਜੇ ਰਹਿ ਗਏ ਉਹ ਰੋਣ ਲੱਗ ਪਏ। ਜਿਹੜੇ 2 ਰਾਜੇ ਰਹਿ ਗਏ ਉਹ ਰੋ ਰੋ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਸਾਨੂੰ ਇੱਥੇ ਛੱਡ ਕੇ ਨਾ ਜਾਣਾ। ਉੱਥੋਂ ਦੇ ਸਿਪਾਹੀ ਬੜੇ ਹੈਰਾਨ ਹੋਏ ਕਿ ਸਾਡੇ ਰਾਜੇ ਨੇ ਤਾਂ ਸੋਚਿਆ ਸੀ ਕਿ 2-4 ਬੰਦੇ ਬਾਹਰ ਨਿਕਲ ਜਾਣਗੇ, ਇਹ ਤਾਂ 50 ਰਾਜਿਆਂ ਨੇ ਕਲੀਆਂ ਫੜ ਲਈਆਂ ਤੇ ਬਾਕੀ 2 ਹੀ ਰਹਿ ਗਏ ਨੇ। ਉਹ ਸਿਪਾਹੀ ਕਹਿਣ ਲੱਗੇ, ਤੁਸੀਂ 2 ਬਚੇ ਹੋ, ਤੁਸੀਂ ਹੁਣ ਬਾਹਰ ਨਹੀਂ ਜਾ ਸਕਦੇ। ਸਿਪਾਹੀ ਉਹਨਾਂ 2 ਰਾਜਿਆਂ ਨੂੰ ਕਹਿਣ ਲੱਗੇ, ਤੁਹਾਡੀ ਕਿਸਮਤ ਵਿੱਚ ਦੁੱਖ ਲਿਖਿਆ, ਹੁਣ ਬੈਠ ਜਾਓ ਤੇ ਦੁੱਖ ਭੋਗੋ, ਪਿੱਛੇ ਹੋ ਜਾਓ, ਗੁਰੂ ਸਾਹਿਬ ਦੇ ਨਿਕਟ ਨਹੀਂ ਜਾਣਾ। ਉਹ ਦੋਵੇਂ ਰਾਜੇ ਉੱਚੀ ਉੱਚੀ ਰੋਣ ਲੱਗ ਪਏ। ਉਹ ਕਹਿਣ ਲੱਗੇ, ਤੁਸੀਂ ਸਾਡੇ ਸਤਿਗੁਰੂ ਹੋ, ਅਸੀਂ ਤੁਹਾਡੇ ਸਿੱਖਾਂ, ਇਸ ਕਿਲੇ ਵਿੱਚ ਰਹਿਣਾ ਮੌਤ ਹੈ, ਜੇ ਬਾਹਰ ਜਾਵਾਂਗੇ ਤਾਂ ਅਸੀਂ ਬਚ ਜਾਵਾਂਗੇ। ਮਹਾਰਾਜ ਤੁਹਾਡੇ ਬਿਨਾਂ ਸਾਡੀ ਕੋਈ ਰੱਖਿਆ ਨਹੀਂ ਕਰ ਸਕਦਾ, ਮਹਾਰਾਜ ਸਾਨੂੰ ਨਾਲ ਲੈ ਕੇ ਜਾਓ। ਗੁਰੂ ਸਾਹਿਬ ਨੇ ਉੱਚੀ ਆਵਾਜ਼ ਕਰਕੇ ਉਹਨਾਂ ਦੋਨਾਂ ਨੂੰ ਬੁਲਾਇਆ। ਗੁਰੂ ਸਾਹਿਬ ਕਹਿਣ ਲੱਗੇ, ਮੇਰਾ ਚੋਲਾ ਬੰਨਣ ਵਾਲੀਆਂ 2 ਤਣੀਆਂ ਨੇ, ਇਹ 2 ਤਣੀਆਂ ਆ ਕੇ ਫੜ ਲਓ। ਉਹ ਗੁਰੂ ਸਾਹਿਬ ਕੋਲ ਭੱਜ ਕੇ ਆਏ। ਉਹਨਾਂ ਦੋਵਾਂ ਨੇ ਇੱਕ ਇੱਕ ਤਣੀ ਫੜ ਲਈ। ਉੱਥੇ ਸਭ ਨੂੰ ਪਤਾ ਚੱਲ ਗਿਆ ਕਿ ਗੁਰੂ ਸਾਹਿਬ ਨੇ ਸਾਰਾ ਕੈਦਖਾਨਾ ਖਾਲੀ ਕਰ ਦਿੱਤਾ। ਲੋਕ ਭੱਜ ਭੱਜ ਕੇ ਆ ਕੇ ਦੇਖਣ ਲੱਗੇ ਕਿ ਗੁਰੂ ਸਾਹਿਬ ਨੇ ਸਾਰਾ ਕੈਦਖਾਨਾ ਖਾਲੀ ਕਰ ਦਿੱਤਾ। ਗੁਰੂ ਸਾਹਿਬ ਦੇ ਨਾਲ ਸਾਰੇ ਰਾਜੇ ਚੱਲ ਰਹੇ ਸਨ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਬੰਦੀ ਛੋੜ ਹੈ। ਸਾਰੇ ਰਾਜੇ ਗੁਰੂ ਸਾਹਿਬ ਦੇ ਨਾਲ ਚੱਲ ਕੇ ਬਾਹਰ ਆ ਗਏ। ਸਾਰੇ ਰਾਜੇ ਗੁਰੂ ਸਾਹਿਬ ਨੂੰ ਧੰਨ ਧੰਨ ਕਹਿਣ ਲੱਗੇ। ਉਹ ਕਹਿਣ ਲੱਗੇ, ਅਸੀਂ ਕਿਉਂ ਨਾ ਤੁਹਾਡੀ ਸ਼ਰਨ ਵਿੱਚ ਆਵਾਂਗੇ। ਹੇ ਸੱਚੇ ਪਾਤਸ਼ਾਹ, ਤੁਸੀਂ ਜਿੰਦੇ ਜੀ ਵੀ ਕਸ਼ਟ ਕੱਟ ਦਿੰਦੇ ਹੋ ਤੇ ਮਰਨ ਤੋਂ ਬਾਅਦ ਵੀ ਕਸ਼ਟ ਕੱਟ ਦਿੰਦੇ ਹੋ। ਗੁਰੂ ਸਾਹਿਬ ਨੇ ਸਾਰੇ ਰਾਜਿਆਂ ਨੂੰ ਕਿਹਾ, ਆਪੋ ਆਪਣੀ ਰਿਆਸਤ ਵਿੱਚ ਜਾਓ ਤੇ ਮੁੜ ਕੇ ਰਾਜ ਭਾਗ ਕਰੋ। ਇਸ ਲਈ ਧੰਨ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ। ਸੰਗਤ ਜੀ, ਹਰ ਸਾਲ ਬੰਦੀ ਛੋੜ ਦਿਵਸ ਆਉਂਦਾ ਹੈ। ਜਦੋਂ ਦੀਵਾਲੀ ਦੀ ਰਾਤ ਹੁੰਦੀ ਹੈ ਤਾਂ ਲੋਕ ਦੀਵੇ ਬਾਲਦੇ ਨੇ। ਸਾਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿੱਥੇ ਦੀਵੇ ਬਾਲਣੇ ਚਾਹੀਦੇ ਨੇ ਤੇ ਕਿੱਥੇ ਨਹੀਂ। ਜਦੋਂ ਗੁਰੂ ਸਾਹਿਬ ਨੇ 52 ਰਾਜਿਆਂ ਨੂੰ ਛੁਡਾਇਆ ਤਾਂ ਲੋਕਾਂ ਨੇ ਖੁਸ਼ੀ ਵਿੱਚ ਦੇਸੀ ਘਿਓ ਦੇ ਦੀਵੇ ਜਲਾਏ ਤੇ ਗੁਰੂ ਸਾਹਿਬ ਦੇ ਆਗਮਨ ਦੀ ਖੁਸ਼ੀ ਕੀਤੀ। ਉਸ ਸਮੇਂ ਵੀ ਤੇ ਹੁਣ ਵੀ ਸੰਗਤਾਂ ਬੜੀਆਂ ਹੁਮ-ਹਮਾ ਕੇ ਬੰਦੀ ਛੋੜ ਦਿਵਸ ਵਾਲੇ ਦਿਨ ਆਉਂਦੀਆਂ ਨੇ ਤੇ ਦੀਪਮਾਲਾ ਕਰਦੀਆਂ ਨੇ ਤੇ ਗੁਰਦੁਆਰਿਆਂ ਨੂੰ ਸਜਾ ਦਿੰਦੀਆਂ ਨੇ। ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਸਾਰੀਆਂ ਸੰਗਤਾਂ ਸਰੋਵਰ ਦੇ ਲਾਗੇ ਦੀਪਮਾਲਾ ਕਰਦੀਆਂ ਨੇ। ਅਸੀਂ ਗੁਰਦੁਆਰੇ ਵਿੱਚ ਦੀਵਾ ਬਾਲ ਸਕਦੇ ਹਾਂ, ਪਰ ਇਹ ਧਿਆਨ ਰੱਖਣਾ ਚਾਹੀਦਾ ਕਿ ਨਿਸ਼ਾਨ ਸਾਹਿਬ ਦੇ ਨੇੜੇ ਦੀਵਾ ਨਾ ਬਾਲੀਏ। ਉਹਦਾ ਕਾਰਨ ਇਹ ਹੈ ਕਿ ਨਿਸ਼ਾਨ ਸਾਹਿਬ ਜੀ ਦੇ ਕੱਪੜੇ ਨੂੰ, ਚੋਲਾ ਸਾਹਿਬ ਨੂੰ ਅੱਗ ਨਾ ਲੱਗ ਜਾਏ। ਗੁਰਦੁਆਰੇ ਕਿਸੇ ਇਹੋ ਜਿਹੀ ਥਾਂ ਤੇ ਦੀਵਾ ਨਾ ਬਾਲੀਏ ਜਿੱਥੇ ਨੁਕਸਾਨ ਹੋ ਜਾਏ। ਆਮ ਤੌਰ ਤੇ ਪ੍ਰਬੰਧਕਾਂ ਨੇ ਲਿਖਿਆ ਹੁੰਦਾ ਹੈ ਕਿ ਇੱਥੇ ਦੀਵੇ ਬਾਲਣੇ ਨੇ। ਕਈ ਥਾਵਾਂ ਤੇ ਲਿਖਿਆ ਹੁੰਦਾ ਹੈ ਇੱਥੇ ਦੀਵਾ ਨਾ ਬਾਲਿਆ ਜਾਏ। ਇਸ ਗੱਲ ਨੂੰ ਚੇਤੇ ਰੱਖਣਾ ਤਾਂ ਕਿ ਕੋਈ ਨੁਕਸਾਨ ਨਾ ਹੋ ਜਾਏ। ਅਸੀਂ ਜੋ ਦੀਵਾ ਬਾਲ ਰਹੇ ਹਾਂ ਉਹ ਗੁਰੂ ਸਾਹਿਬ ਦੇ ਆਗਮਨ ਦੀ ਖੁਸ਼ੀ ਵਿੱਚ ਬਾਲ ਰਹੇ ਹਾਂ। ਇਹ ਦੀਵਾ ਅਸੀਂ ਆਪਣੇ ਘਰ ਵਿੱਚ ਬਾਲਦੇ ਹਾਂ, ਆਪਣੇ ਘਰ ਦੇ ਬਾਹਰ ਦੀਪਮਾਲਾ ਕਰਦੇ ਹਾਂ। ਕਈ ਲੋਕ ਆਪਣੀਆਂ ਦੁਕਾਨਾਂ ਤੇ ਦੀਵਾ ਬਾਲਦੇ ਨੇ ਤੇ ਕਈ ਲੋਕ ਆਪਣੇ ਖੇਤਾਂ ਵਿੱਚ ਵੀ ਦੀਵਾ ਬਾਲਦੇ ਨੇ। ਇਹ ਸਭ ਕੁਝ ਸਹੀ ਹੈ, ਲੇਕਿਨ ਕਦੀ ਇਹ ਦੀਵਾ 3 ਥਾਵਾਂ ਤੇ ਨਹੀਂ ਬਾਲਣਾ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਦੱਸੀਆਂ ਸਨ। ਜੇ ਅਸੀਂ ਇਹ 3 ਥਾਵਾਂ ਤੇ ਦੀਵੇ ਬਾਲਾਂਗੇ ਤਾਂ ਅਸੀਂ ਕਲਗੀਧਰ ਪਾਤਸ਼ਾਹ ਜੀ ਦੀ ਖੁਸ਼ੀ ਨਹੀਂ ਲੈ ਸਕਦੇ। ਗੁਰੂ ਸਾਹਿਬ ਦੇ ਸਖਤ ਬਚਨ ਨੇ, ਸਮਾਧ, ਮੜੀ ਤੇ ਕਬਰ ਤੇ ਦੀਵੇ ਨਹੀਂ ਬਾਲਣੇ। ਸਿੱਖ ਨੇ ਕਦੀ ਵੀ ਇਹਨਾਂ ਜਗ੍ਹਾ ਤੇ ਦੀਵੇ ਨਹੀਂ ਬਾਲਣੇ।
ਬਾਕੀਆਂ ਨੂੰ ਆਪਣਾ ਧਰਮ ਮੁਬਾਰਕ, ਉਹਨਾਂ ਦੀ ਮਰਜ਼ੀ ਹੈ। ਖਾਲਸੇ ਨੇ ਇਹਨਾਂ ਜਗ੍ਹਾ ਤੇ ਦੀਵੇ ਨਹੀਂ ਬਾਲਣੇ।